Hello plus 2 class. Today's topic is EMF, that is electromotive force, internal resistance of cell and terminal potential difference. ठीक है, इसनों TPD भी कह सकते हैं या सिंपली पोटेंशियल डिफरेंस PD भी कह दिंने आ। सोर्सिस ऑफ EMF ਦੀ ਗੱਲ ਕਰਦੇ ਹਾਂ ਆਪਾਂ। EMF मतलब इलेक्ट्रोमोटिव फोर्स। Electromotive force is the maximum potential difference between the two electrodes of the cell when no current is drawn from the cells। ਤੁਹਾਨੂੰ ਸੈੱਲ ਯਾਦ ਹੋਣਗੇ, ਡਰਾਈ ਸੈੱਲ, ਕਲੈਂਚੇ ਸੈੱਲ, ਡੇਨੀਅਲ ਸੈੱਲ। ਉਸ ਤੋਂ ਤੁਸੀਂ ਇਲੈਕਟ੍ਰੋਡਸ ਪੜ੍ਹੇ ਸੀ, ਦੋ ਰੋਡਸ ਹੁੰਦੀਆਂ, ਪੋਜ਼ਿਟਿਵ ਇਲੈਕਟ੍ਰੋਡ ਐਂਡ ਨੈਗੇਟਿਵ ਇਲੈਕਟ੍ਰੋਡਸ, ਐਂਡ ਉਹਦੇ ਵਿੱਚ ਇਲੈਕਟ੍ਰੋਲਾਈਟ ਇੱਕ ਲਿਕੁਇਡ ਪਾਇਆ ਹੁੰਦਾ। ਠੀਕ ਹੈ, ਉਹਨੂੰ ਆਪਾਂ ਸੈੱਲ ਕਹਿ ਦਿੰਦੇ ਹਾਂ। ਡਿਫਰੈਂਟ ਟਾਈਪਸ ਆਫ ਸੈੱਲ ਹੁੰਦੇ ਨੇ। ਉਹ ਸੈੱਲ ਦੀ ਇਲੈਕਟ੍ਰੋਮੋਟਿਵ ਫੋਰਸ ਜਾਂ EMF ਕਿੰਨੀ ਹੁੰਦੀ ਹੈ ਜਦੋਂ ਆਪਾਂ ਉਸ ਸੈੱਲ 'ਚੋਂ ਬਿਲਕੁਲ ਵੀ ਕੋਈ ਵੀ ਕਰੰਟ ਨਹੀਂ ਡਰਾ ਕਰ ਰਹੇ, ਤਾਂ ਉਹਦੇ ਵਿੱਚ ਮੈਕਸੀਮਮ ਪੋਟੈਂਸ਼ੀਅਲ ਡਿਫਰੈਂਸ ਹੁੰਦਾ ਹੈ। ਐਂਡ ਦੈਟ ਮੈਕਸੀਮਮ ਪੋਟੈਂਸ਼ੀਅਲ ਡਿਫਰੈਂਸ ਇਜ਼ ਕਾਲਡ EMF ਆਫ ਦੈਟ ਸੈੱਲਸ। ਮਤਲਬ ਦੋ ਇਲੈਕਟ੍ਰੋਡਸ ਦੇ ਵਿੱਚ ਮੈਕਸੀਮਮ ਪੋਟੈਂਸ਼ੀਅਲ ਡਿਫਰੈਂਸ when no current is drawn from the cell. This is definition of EMF. Second term potential difference या terminal potential difference। ठीक है, terminal potential difference की हुंदा है? That is defined as the potential difference between the two electrodes of a cell in closed circuit। ठीक है, ਜਦੋਂ ਸਰਕਿਟ ਕਲੋਜ਼ ਹੈ, ਮਤਲਬ ਆਪਾਂ ਸਵਿਚ ਔਨ ਕੀਤਾ ਹੋਇਆ, ਕੀ ਕਲੋਜ਼ ਕੀਤੀ ਵੀ ਹੈ, ਦੈਨ ਦੋ ਇਲੈਕਟ੍ਰੋਡਸ 'ਚ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੈ। ਠੀਕ ਹੈ, ਦੈਟ ਇਜ਼ TPD ਜਾਂ PD ਪੋਟੈਂਸ਼ੀਅਲ ਡਿਫਰੈਂਸ। ਹੁਣ ਆਪਾਂ ਦੇਖਦੇ ਹਾਂ ਕੰਪੈਰੀਜ਼ਨ ਆਫ EMF ਐਂਡ ਪੋਟੈਂਸ਼ੀਅਲ ਡਿਫਰੈਂਸ। EMF ਤੁਹਾਨੂੰ ਡੈਫੀਨੇਸ਼ਨ ਦੇ ਅਕੋਰਡਿੰਗ ਮੈਕਸਿਮਮ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਦੀ ਟੂ ਇਲੈਕਟ੍ਰੋਡਸ ਆਫ ਦ ਸੈਲ ਵੈਨ ਨੋ ਕਰੰਟ ਇਜ਼ ਡਰਾਨ ਫਰੋਮ ਦੀ ਸੈਲ when the circuit is open, and potential difference is the difference of potentials between any two points in a closed circuit। ठीक है, EMF open circuit ਦਾ ਹੁੰਦਾ ਹੈ, potential difference closed circuit ਦਾ ਹੁੰਦਾ ਹੈ। second difference ਹੈ EMF, it is independent of the resistance of the circuit। ਸਰਕਟ ਦੇ ਵਿੱਚ ਹੋਰ ਕੋਈ ਰੈਜ਼ਿਸਟੈਂਸ ਲੱਗਿਆ ਹੋਇਆ, ਕੋਈ R ਦੀ ਵੈਲਿਊ ਹੈ, EMF ਉਹ 'ਤੇ ਡਿਪੈਂਡ ਨਹੀਂ ਕਰਦੀ ਹੈਗੀ। ਬਟ ਪੋਟੈਂਸ਼ੀਅਲ ਡਿਫਰੈਂਸ ਰੈਜ਼ਿਸਟੈਂਸ 'ਤੇ ਡਿਪੈਂਡ ਕਰਦੀ ਹੈ। ਦੋ ਪੁਆਇੰਟਸ ਦੇ ਵਿੱਚ ਆਪਾਂ ਪੋਟੈਂਸ਼ੀਅਲ ਡਿਫਰੈਂਸ ਦੇਖਣਾ ਹੈ। ਉਹਨਾਂ ਦੋ ਪੁਆਇੰਟਸ ਦੇ ਵਿਚਕਾਰ ਜੇ ਕੋਈ ਰੈਜ਼ਿਸਟੈਂਸ ਹੈ, ਕਿੰਨੀ ਵੈਲਿਊ ਹੈ, ਉਸ 'ਤੇ ਪੋਟੈਂਸ਼ੀਅਲ ਡਿਫਰੈਂਸ ਡਿਪੈਂਡ ਕਰਦਾ ਹੈ। The term EMF is used only for the source of EMF, and potential difference it is measured between any two points of the circuit। fourth है, it is greater than the potential difference between any two points in a circuit। मतलब EMF potential difference ਤੋਂ ਵੱਡਾ ਹੁੰਦਾ ਹੈ, but potential difference EMF ਤੋਂ ਵੱਡਾ ਹੁੰਦਾ ਜਦੋਂ ਆਪਾਂ ਸੈੱਲ ਨੂੰ ਚਾਰਜ ਕਰ ਰਹੇ ਹਾਂ। ਠੀਕ ਹੈ, ਸੈੱਲ ਨੂੰ ਆਪਾਂ ਐਕਸਟਰਨਲ ਪਲੱਗ ਲਗਾ ਕੇ ਚਾਰਜਿੰਗ ਦੇ ਰਹੇ ਹਾਂ, ਦੈਨ ਪੋਟੈਂਸ਼ੀਅਲ ਡਿਫਰੈਂਸ EMF ਤੋਂ ਵੱਡਾ ਹੋਏਗਾ। ਠੀਕ ਹੈ, ਇੰਟਰਨਲ ਰੈਜ਼ਿਸਟੈਂਸ ਸੈਕਿੰਡ ਟਰਮ ਹੈ ਆਪਣੀ। ਸੈੱਲ ਦੀ ਇੱਕ ਇੰਟਰਨਲ ਰੈਜ਼ਿਸਟੈਂਸ ਹੁੰਦੀ ਹੈ। ਦੇਖੋ, ਇੱਕ ਤਾਂ ਰੈਜ਼ਿਸਟੈਂਸ ਆਪਾਂ ਸਰਕਿਟ ਦੇ ਵਿੱਚ ਆਪ ਇੰਡਿਊਸ ਕਰਦੇ ਹਾਂ। ਠੀਕ ਹੈ, ਇੱਕ ਹੁੰਦੀ ਹੈ ਸੈੱਲ ਦੀ ਆਪਣੀ ਇੰਟਰਨਲ ਰੈਜ਼ਿਸਟੈਂਸ। ਕੋਈ ਆਪਣੇ ਕੋਲ ਫਰੈਸ਼ਲੀ ਪ੍ਰੀਪੇਅਰਡ ਸੈੱਲ ਹੈ, ਉਸ ਦੀ ਇੰਟਰਨਲ ਰੈਜ਼ਿਸਟੈਂਸ ਤਾਂ ਬਹੁਤ ਘੱਟ ਹੁੰਦੀ ਹੈ। ਠੀਕ ਹੈ, ਇਹ ਰੈਜ਼ਿਸਟੈਂਸ ਹੌਲੀ ਹੌਲੀ ਵੱਧਦੀ ਜਾਂਦੀ ਹੈ ਜਿਵੇਂ ਜਿਵੇਂ ਆਪਾਂ ਸੈੱਲ ਨੂੰ ਯੂਜ਼ ਕਰਦੇ ਰਹਿੰਦੇ ਹਾਂ। ਠੀਕ ਹੈ, ਤੁਸੀਂ ਸੈੱਲ ਵੈਸੇ ਜਿਹੜੇ ਵੀ ਸੈੱਲ ਦੇਖਦੇ ਹੋ, ਛੋਟੇ ਸੈੱਲ ਜਿਹੜੇ ਰਿਮੋਟਸ ਵਾਲੇ ਹੁੰਦੇ ਆ ਜਾਂ ਵੱਡੇ ਸੈੱਲ ਹੁੰਦੇ ਆ ਜਾਂ ਕੈਮੀਕਲ ਸੈੱਲ ਹੁੰਦੇ ਆ। ਠੀਕ ਹੈ, ਹਰੇਕ ਦੇ ਵਿੱਚ ਇਹ ਗੱਲ ਅਪਲਾਈ ਹੁੰਦੀ ਹੈ ਕਿ ਨਵਾਂ ਫਰੈਸ਼ਲੀ ਪ੍ਰੀਪੇਅਰ ਸੈੱਲ ਦਾ ਰੈਜ਼ਿਸਟੈਂਸ ਘੱਟ ਹੁੰਦਾ ਹੈ। ਜਿਉਂ ਜਿਉਂ ਆਪਾਂ ਯੂਜ਼ ਕਰੀ ਜਾਂਦੇ ਹਾਂ, ਉਹਦੇ ਇਲੈਕਟ੍ਰੋਲਾਈਟਸ ਯੂਜ਼ ਹੋਈ ਜਾਂਦੇ ਨੇ, ਕੰਜ਼ਿਊਮ ਹੋਈ ਜਾਂਦੇ ਨੇ, ਦੈਨ ਉਹਦੀ ਰੈਜ਼ਿਸਟੈਂਸ ਇਨਕਰੀਜ਼ ਹੁੰਦੀ ਰਹਿੰਦੀ ਹੈ। ਇੰਟਰਨਲ ਰੈਜ਼ਿਸਟੈਂਸ ਉਸ ਤਰ੍ਹਾਂ ਹੀ ਰੈਜ਼ਿਸਟੈਂਸ ਵਾਲੀ ਹੀ ਡੈਫੀਨੇਸ਼ਨ ਹੈ।
The opposition offered by the electrolyte of the cell to the flow of electric current through it is called the internal resistance of the cell. ਤੁਹਾਨੂੰ ਦੱਸਿਆ ਹੋਇਆ resistance ਇੱਕ ਰੁਕਾਵਟ ਹੁੰਦੀ ਹੈ, obstruction ਹੁੰਦੀ ਹੈ, opposition ਹੁੰਦੀ ਹੈ flow of electric current ਨੂੰ। ਠੀਕ ਹੈ, ਇਲੈਕਟ੍ਰਿਕ ਕਰੰਟ ਨੇ ਫਲੋ ਕਰਨਾ ਹੈ, ਉਹਦੇ ਲਈ ਕੁਛ ਕੋਈ ਅਪੋਜ਼ ਹੋ ਰਹੀ ਹੈ, ਉਹਨੂੰ obstruction ਹੋ ਰਹੀ ਹੈ, ਰੁਕਾਵਟ ਹੋ ਰਹੀ ਹੈ, that is resistance। ਸੈੱਲ ਦੇ ਅੰਦਰ ਜਿਹੜੀ ਹੋ ਰਹੀ ਹੈ, ਇਲੈਕਟ੍ਰੋਲਾਈਟ ਦੇ ਵਿੱਚ ਹੋ ਰਹੀ ਹੈ, that is internal resistance of a cell। ਇੰਟਰਨਲ ਰੈਜ਼ਿਸਟੈਂਸ ਸੈੱਲ ਦੀ ਕੁਝ ਫੈਕਟਰਸ ਤੇ ਡਿਪੈਂਡ ਕਰਦੀ ਹੈ। ਦੈਟ ਫੈਕਟਰਸ ਆਰ ਕਿ ਜ਼ਿਆਦਾ ਹੋਏਗੀ ਘੱਟ ਹੋਏਗੀ, ਕਿਸ ਤੇ ਡਿਪੈਂਡ ਕਰਦਾ ਹੈ। ਦੈਟ ਆਰ ਨੰਬਰ 1 ਲਾਰਜਰ ਦੀ ਸੈਪਰੇਸ਼ਨ ਬਿਟਵੀਨ ਦੀ ਇਲੈਕਟ੍ਰੋਡਸ ਆਫ ਦੀ ਸੈੱਲ, more the length of the electrolyte through which current has to flow। ਇਲੈਕਟ੍ਰੋਡਸ ਆਪਸ 'ਚ ਦੂਰ ਹੈਗੇ ਆ, ਉਹਨਾਂ 'ਚ ਡਿਸਟੈਂਸ ਜ਼ਿਆਦਾ ਹੈਗੀ ਹੈ। ਠੀਕ ਹੈ, ਐਂਡ ਜਿਹੜਾ ਕਰੰਟ ਹੈਗਾ ਉਹਨੂੰ ਫਲੋ ਕਰਨ ਲਈ ਜ਼ਿਆਦਾ ਟਾਈਮ ਲੱਗੇਗਾ, ਲੈਂਥ ਜ਼ਿਆਦਾ ਕਵਰ ਕਰਨੀ ਪਏਗੀ, ਸੋ ਇੰਟਰਨਲ ਰੈਜ਼ਿਸਟੈਂਸ ਉਹਨਾਂ ਦੀ ਹਾਈ ਹੋਏਗੀ। greater the conductivity of the electrolyte, lesser is the internal resistance of the cell। मतलब ਇਲੈਕਟ੍ਰੋਲਾਈਟ ਦੀ ਨੇਚਰ ਤੇ ਇੰਟਰਨਲ ਰੈਜ਼ਿਸਟੈਂਸ ਡਿਪੈਂਡ ਕਰਦੀ ਹੈ। ਇਲੈਕਟ੍ਰੋਲਾਈਟ ਗੁੱਡ ਕੰਡਕਟਰ ਹੈ, then internal resistance less ਹੋਏਗੀ। The internal resistance of a cell is inversely proportional to the common area of the electrodes dipping in the electrolyte। ਇਲੈਕਟ੍ਰੋਲਾਈਟ ਦੇ ਵਿੱਚ ਇਲੈਕਟ੍ਰੋਡਸ ਡਿਪ ਕੀਤੇ ਹੁੰਦੇ ਨੇ ਐਂਡ ਇਹਨਾਂ ਦਾ ਕੁਝ ਏਰੀਆ ਹੁੰਦਾ ਇਲੈਕਟ੍ਰੋਡਸ ਦਾ, ਸੋ ਇਸ ਏਰੀਏ ਤੇ ਇੰਟਰਨਲ ਰੈਜ਼ਿਸਟੈਂਸ ਇਨਵਰਸਲੀ ਪ੍ਰਪੋਰਸ਼ਨਲ ਹੁੰਦੀ ਹੈ। ਏਰੀਆ ਜ਼ਿਆਦਾ ਹੋਏਗਾ, ਰੈਜ਼ਿਸਟੈਂਸ ਇਹਨਾਂ ਦੀ ਇੰਟਰਨਲ ਰੈਜ਼ਿਸਟੈਂਸ ਘੱਟ ਹੋਏਗੀ। ਠੀਕ ਹੈ, ਏਰੀਆ ਇਨਕਰੀਜ਼ ਹੋਏਗਾ, ਇੰਟਰਨਲ ਰੈਜ਼ਿਸਟੈਂਸ ਡਿਕਰੀਜ਼ ਹੋਏਗੀ। internal resistance of a cell depends on the nature of the electrodes। ਜਿਸ ਤਰ੍ਹਾਂ ਇਲੈਕਟ੍ਰੋਲਾਈਟ ਤੇ ਡਿਪੈਂਡ ਕਰਦੀ ਹੈ, ਉਸੇ ਤਰ੍ਹਾਂ ਇਲੈਕਟ੍ਰੋਡਸ ਦੀ ਨੇਚਰ ਤੇ ਵੀ ਇੰਟਰਨਲ ਰੈਜ਼ਿਸਟੈਂਸ ਡਿਪੈਂਡ ਕਰਦੀ ਹੈ। ਦੇਖੋ ਆਪਣੇ ਕੋਲ ਸੈੱਲ ਹੈ ਕੋਈ, ਠੀਕ ਹੈ, ਇਹ ਸਾਈਨ ਜਿਹੜਾ ਹੈ ਦਿਸ ਇਜ਼ ਸਾਈਨ ਆਫ ਸੈੱਲ, ਨੈਗੇਟਿਵ ਟਰਮੀਨਲ ਐਂਡ ਪੋਜ਼ਿਟਿਵ ਟਰਮੀਨਲ। ਠੀਕ ਹੈ, ਇਸ ਸੈੱਲ ਦਾ ਸਾਈਨ ਹੈ, ਇੱਕ ਸੈੱਲ ਦਿਖਾਉਣਾ ਹੋਵੇ ਆਪਾਂ ਇਸ ਤਰ੍ਹਾਂ ਦਿਖਾਉਂਦੇ ਹਾਂ ਐਂਡ ਨਾਲ ਉਹਦੀ ਇੰਟਰਨਲ ਰੈਜ਼ਿਸਟੈਂਸ ਸ਼ੋ ਕੀਤੀ ਹੋਈ ਹੈ। ਠੀਕ ਹੈ, ਦਿਸ ਇਜ਼ ਇੰਟਰਨਲ ਰੈਜ਼ਿਸਟੈਂਸ। ਸੋ small r ਦੀ ਇੰਟਰਨਲ ਰੈਜ਼ਿਸਟੈਂਸ ਹੈ ਸੈੱਲ ਦੀ ਐਂਡ EMF ਹੈ ਸੈੱਲ ਦੀ। ਸਰਕਿਟ ਪੂਰਾ ਕਰਕੇ ਆਪਾਂ ਦਿਖਾ ਰਹੇ ਹਾਂ। ਐਕਸਟਰਨਲ ਰੈਜ਼ਿਸਟੈਂਸ ਕੈਪੀਟਲ R ਕਨੈਕਟ ਕੀਤਾ ਹੋਇਆ ਹੈ, ਠੀਕ ਹੈ, ਅਕ੍ਰੋਸ ਦੀ ਸੈੱਲ। ਸੋ ਦਿਸ ਇਜ਼ ਸਰਕਿਟ। I ਕਰੰਟ ਫਲੋ ਕਰ ਰਹੀ ਹੈ ਸਰਕਿਟ ਦੇ ਵਿੱਚ, ਉਹਦੀ ਡਾਇਰੈਕਸ਼ਨ ਵੀ ਦਿਖਾਈ ਹੋਈ ਹੈ ਤੁਹਾਨੂੰ। ਐਂਡ potential difference across internal resistance small r, this small r ਇਸ ਦੇ across potential difference ਕਿੰਨਾ ਹੋਏਗਾ, that will be equal to I into small r। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲੇ this much v potential difference ਹੈ ਐਂਡ ਇੱਕ ਹੋਰ ਹੈ small v। ਠੀਕ ਹੈ, ਇਹ potential difference ਹੈ across internal resistance small r, this is small v and this capital V, it is the reading of the voltmeter of whole circuit। so clear ਹੋ ਗਿਆ ਤੁਹਾਨੂੰ small v and capital V, this is small v value, this is capital V। so now the derivation, total EMF of cell कितनी होएगी, कैपिटल V प्लस स्मॉल v। ठीक है,
ਵੈਨ ਸੈੱਲ ਇਜ਼ ਨॉट ਚਾਰजिंग, ਕੰਡੀਸ਼ਨ ਇਸ 'ਚ ਹੈ ਸੈੱਲ ਕੋਈ ਚਾਰਜ ਨਹੀਂ ਹੋ ਰਿਹਾ ਹੈਗਾ, then total EMF of this circuit will be capital V whole circuit the potential difference and this small resistance the potential difference, ठीक है। this capital V will be equal to I into R, ठीक है, क्योंकि R रेजिस्टेंस है, I करंट फ्लो कर रही है ओम्स लॉ के अकॉर्डिंग, V इज इक्वल टू आई आर, एंड दिस स्मॉल v दिस विल बी इक्वल टू I करंट तो I ही फ्लो कर रही है ये, I की वैल्यू सेम रहेगी, रेजिस्टेंस स्मॉल r दिस वच, ठीक है। आप हुण वैल्यू पुट करांगे कैपिटल V ते स्मॉल v दी, I कैपिटल R प्लस I स्मॉल r, इस चों I की वैल्यू कढ़ लांगे आप बड़ी ईजली है, देखो I इज इक्वल टू E अपॉन R प्लस स्मॉल r, इसनूं सर्किट इक्वेशन भी कह दिंदे आ। उस तो बाद तुसी ये भी देख सकते हो कि V की वैल्यू इस तरह भी आ सकती है जदों सर्किट आपां सैल जदों चार्जिंग ते लाया हुआ, दैन V विल बी इक्वल टू E माइनस I इंटू R, ठीक है। इस तो ये पता लगे कि रीडिंग ऑफ दी जे आप वोल्ट मीटर लावांगे दैन E की रीडिंग IR लैस होएगी V नालों, ठीक है। उस तो बाद तुसी अगे आ जाओ, देखो इंटरनल रेजिस्टेंस ऑफ अ सेल इन टर्म्स ऑफ E, V एंड R। अपने को इस तरह का एक सर्किट डायग्राम है, देख रहे हो तुसी, कैपिटल V स्मॉल v, E स्मॉल r कैपिटल R एंड I करंट फ्लो कर रही है, ठीक है। इस देखो सेम वही पहला लेना, E इज इक्वल टू V प्लस स्मॉल v की वैल्यू पुट करती आई आर, इत्थों आप आई आर तो E माइनस V वैल्यू ले आए। हुण इस इक्वेशन आप, ठीक है, आई आर ये नाल डिवाइड करना है, आई आर की है V दे इक्वल है, ठीक है। डिवाइड करके अपने को यह इक्वेशन बन गई। सो इस इक्वेशन तो आप स्मॉल r की वैल्यू फाइंड आउट कर सकते हैं, E अपॉन V माइनस 1 इंटू R, ठीक है। तुसी कॉपीज से करके देखोगे बड़ी ईजली ये वैल्यू थोनों फाइंड आउट हो जाएगी। स्मॉल r मतलब इंटरनल रेजिस्टेंस कितना हुंदा, दैट इज इक्वल टू E अपॉन V, EMF है, V पोटेंशियल डिफरेंस है, माइनस 1 इंटू R रेजिस्टेंस है सर्किट का। देन डिटर्मिनेशन ऑफ इंटरनल रेजिस्टेंस ऑफ अ सेल बाय वोल्टमीटर मैथड। अपने को जिहड़ा सैल सर्किट दे विच ज्वाइन किया होया है उहदा आपां स्मॉल r इंटरनल रेजिस्टेंस कढ़नी है, पर कढ़नी वोल्टमीटर नाल है, ठीक है। कंसीडर अ सेल ऑफ EMF E, ये सैल कंसीडर कर लिया आपां, इसकी EMF है E, इंटरनल रेजिस्टेंस है R, ये कनैक्ट किया भी है एक्सटर्नल रेजिस्टेंस इस R नाल, ठीक है। दिस इज कैपिटल R, तो एक वन वे की लगाई भी आपां, एक आप हाई रेजिस्टेंस वोल्ट मीटर कनैक्ट कर देने अक्रॉस दी टू इलैक्ट्रोड्स ऑफ दी सैल। नाउ सी दिस इज वोल्ट मीटर, आप सैल दे दोने इलैक्ट्रोड्स, ये दोने इलैक्ट्रोड्स हैं
ਉਹਨਾਂ ਦੋਨਾਂ ਇਲੈਕਟ੍ਰੋਡਸ ਨਾਲ ਆਪਾਂ ਵੋਲਟਮੀਟਰ ਕਨੈਕਟ ਕਰਤਾ। ਇਹ ਵੋਲਟਮੀਟਰ ਹਾਈ ਰੈਜ਼ਿਸਟੈਂਸ ਦਾ, ਠੀਕ ਹੈ। ਜੇ ਕਿ ਕਲੋਜ਼ ਨਹੀਂ ਹੈਗੀ, मतलब सर्किट ओपन है, देन नो करंट फ्लोज थ्रू दी सर्किट, ठीक है। सर्किट चो करंट तो कोई भी फ्लो नहीं करेगा। वोल्टमीटर की रीडिंग की होएगी सैल की EMF के इक्वल, ठीक है। जो कोई करंट ही नहीं फ्लो कर रहा, दैन सैल की EMF ही पूरी वोल्टमीटर की रीडिंग होएगी, क्योंकि आप सैल की डेफिनेशन EMF की डेफिनेशन यही किया। नैक्सट, जदों आपां सर्किट क्लोज करता, देखो की आपां इंट्रोड्यूस करती ये विच, बाकी सेम सर्किट उही है, वोल्टमीटर हाई रेजिस्टेंस का अटैच है। दैन वैन द की इज क्लोज्ड द करंट फ्लोज थ्रू द सर्किट, ठीक है। देखो करंट फ्लो करना शुरू हो गया, दिस इज करंट फ्लो करना शुरू हो गया। नाउ टोटल रेजिस्टेंस ऑफ द सर्किट की होएगी, दिस विल बी इक्वल टू R प्लस R, ठीक है, कैपिटल R इंटू दिस स्मॉल r। टोटल रेजिस्टेंस यही होएगी ना, ठीक है। अकॉर्डिंग टू ओम्स लॉ मैग्नीट्यूड ऑफ करंट की होएगा, व्हाट विल बी I विल बी इक्वल टू E अपॉन R प्लस R, ठीक है। दिस विल बी द मैग्नीट्यूड ऑफ द करंट व्हेन सर्किट इज क्लोज्ड। सो दिस इज द वैल्यू ऑफ करंट। एंड उस तो बाद है इस इंपॉर्टेंट टॉपिक सैल्स इन सीरीज कंबीनेशन। ਆਪਾਂ ਸੈਲਸ ਨੂੰ ਸੀਰੀਜ਼ ਦੇ ਵਿੱਚ ਲਗਾਉਣਾ ਹੈ, ਠੀਕ ਹੈ। ਇਸ ਨੂੰ ਆਪਾਂ ਬਹੁਤ ਜ਼ਿਆਦਾ ਡਿਟੇਲ 'ਚ ਨਹੀਂ ਕਰਾਂਗੇ, ਮੈਂ ਤੁਹਾਨੂੰ ਬਹੁਤ ਸੌਖਾ ਕਰਕੇ ਦਿਖਾਉਂਗੀ, ਬਹੁਤ ਈਜ਼ੀ ਮੈਥਡ ਨਾਲ। ਅਦਰਵਾਈਜ਼ ਕੁਝ ਬੁੱਕਸ 'ਚ ਬਹੁਤ ਇਹਨੂੰ ਲੈਂਥੀ ਕਰਕੇ ਬਹੁਤ ਕੰਪਲੈਕਸ ਬਣਾ ਕੇ ਦਿਖਾਇਆ ਹੋਇਆ। ਦਿਸ ਇਜ਼ ਈਜ਼ੀ ਮੈਥਡ। ਸੈਲਸ ਨੂੰ ਆਪਾਂ ਕਦੋਂ ਕਹਿੰਦੇ ਆ ਕਿ ਸੀਰੀਜ਼ ਦੇ ਕਨੈਕਟ ਵਿੱਚ ਹੈ, ਜਦੋਂ ਇਹਨਾਂ ਨੂੰ ਐਂਡ ਟੂ ਐਂਡ ਕਨੈਕਟ ਕੀਤਾ ਜਾਂਦਾ ਹੈ। one end of the cell is connected to second end of the cell is connected to third end and so on। इस तरह कनेक्ट करने नाल सेम क्वांटिटी ऑफ इलैक्ट्रिसिटी मस्ट फ्लो थ्रू ईच सैल, ठीक है। मतलब दो सैल्स नूं आपां कनैक्ट इन सीरीज कदों कवांगे, जदों दो सैल्स दो पॉइंट्स दे विच कनैक्टेड हैं। देखो अपने कोल सैल है, तीन सैल्स दिखाए हैं, इन्हां तीन सैल्स नूं आपां कनैक्ट करता एंड टू एंड। दिस इज सीरीज कंबीनेशन, ठीक है, देख सकते हो। मतलब नेगेटिव टर्मिनल ऑफ वन सेल इज कनेक्टेड टू पॉजिटिव टर्मिनल ऑफ अदर सेल, ठीक है। एक सैल का नैगेटिव टर्मिनल दूसरे सैल के पॉजिटिव टर्मिनल आपां कनैक्ट किया हुआ है। इन्हां दी EMF है E नाल डिनोट की हुई है, ठीक है। रेजिस्टेंस है R स्मॉल r, V पोटेंशियल डिफरेंस अप्लाई किया हुआ है, R रेजिस्टेंस फ्लो कर रहा है, रेजिस्टेंस इंड्यूस किया हुआ है विच, एंड I करंट फ्लो कर रहा है। इस च की होएगा EMF ऑफ द बैटरी। हुणे बैटरी बन गई ना, आप तीन सैल कनैक्ट करते, दिस इज कॉल्ड बैटरी। इस बैटरी की EMF की इक्वल होएगी सम ऑफ द इंडिविजुअल EMF, ठीक है। जे सपोज करो यदि E1 है, दिस इज E1, दिस इज E2, ठीक है, दिस इज E3, देन टोटल विल बी E1 प्लस E2 प्लस E3, and the current in each cell is the same and is identical with the current in entire arrangement, ठीक है। पूरी इंटायर अरेंजमेंट आई करंट फ्लो कर रही है, दैन तिन्ने सैल्स दे विच भी आई करंट ही फ्लो करेगा।
Third point, the total internal resistance of the battery is the sum of the individual resistance. ਆਪਾਂ ਇੱਥੇ R ਸ਼ੋ ਕੀਤਾ ਹੋਇਆ, ਸਪੋਜ਼ ਕਰੋ R1 R2 R3 ਹੈ, ਤਾਂ ਟੋਟਲ ਕਿੰਨਾ ਹੋਏਗਾ R1 plus R2 plus R3. ਸੋ ਟੋਟਲ EMF ਆਫ ਦੀ ਬੈਟਰੀ ਕਿੰਨੀ ਹੋਗੀ, ਨੰਬਰ ਆਫ ਸੈਲਸ ਸਪੋਜ਼ ਕਰੋ n ਹੈ, ਆਪਾਂ ਇਸ ਦਾ 3 ਦਿਖਾਇਆ ਨਾ, ਜੇ ਸਪੋਜ਼ ਕਰੋ n ਸੇਮ ਸੈੱਲ ਹੈ ਸਾਰੇ, ਠੀਕ ਹੈ, ਦੈਨ ਆਪਾਂ ਇੱਕ ਸੈੱਲ ਦੀ EMF ਨੂੰ n ਨਾਲ ਮਲਟੀਪਲਾਈ ਕਰ ਦਾਂਗੇ, ਇਹ ਟੋਟਲ EMF ਆ ਜਾਊਗੀ ਬੈਟਰੀ ਦੀ, ਠੀਕ ਹੈ। ਟੋਟਲ ਇੰਟਰਨਲ ਰੈਜ਼ਿਸਟੈਂਸ ਆਫ ਦੀ ਬੈਟਰੀ ਕਿੰਨਾ ਹੋਏਗਾ n into r, ਠੀਕ ਹੈ। ਟੋਟਲ ਰੈਜ਼ਿਸਟੈਂਸ ਆਫ ਦੀ ਸਰਕਟ ਕਿੰਨਾ ਹੋਏਗਾ, ਹੁਣ ਆਪਾਂ ਆਹ ਵਾਲਾ ਰੈਜ਼ਿਸਟੈਂਸ ਵੀ ਲੈਣਾ ਹੈ, ठीक है। सो एन आर प्लस कैपिटल आर, सो करंट की होएगा ओम्स ला दे अकॉर्डिंग ई अपॉन मतलब EMF अपॉन रेजिस्टेंस, ठीक है। EMF यही है, रेजिस्टेंस टोटल यही है, सो आई इज इक्वल टू जिमें आप ओम्स ला दे विच करते हुंदे आ V अपॉन R, वो वैल्यूज़ पुट करके अपने कोले करंट की यह वैल्यू आ जाएगी, ठीक है। उस तो बाद एक नोट है दिस वन, इफ R इज वेरी लेस दैन NR, आ वाला R, ये सारे R's जेडे हैगे स्मॉल R's इन्हां नालों बहुत छोटा है, ठीक है, इस दी वैल्यू R दी बहुत लैस है, then I will be equal to E upon R, this I will be equal to E upon R। सेकेंड केस जे एन आर बहुत छोटा है, दीज रेजिस्टेंस ये बहुत छोटे हैं, ठीक है, आर दी वैल्यू बहुत ज़्यादा है, देन आई विल बी इक्वल टू एन इंटू ई अपॉन आर, ठीक है, तुसी करके भी देख सकते हो। सो आपां कंक्लूजन की कढ़िया, when internal resistance is negligible in comparison to the external resistance, then the cells are connected in series to get maximum current। ਜਦੋਂ ਆਪਾਂ ਕਰੰਟ ਮੈਕਸਿਮਮ ਲੈਣਾ ਹੋਵੇ ਸਰਕਟ ਦੇ ਵਿੱਚ, then cells series ਵਿੱਚ ਕਨੈਕਟ ਕੀਤੇ ਜਾਂਦੇ ਨੇ, ਠੀਕ ਹੈ, ਐਂਡ ਇੰਟਰਨਲ ਰੈਜ਼ਿਸਟੈਂਸ ਜਿਹੜਾ ਹੈਗਾ ਜਦੋਂ ਨਿਗਲੀਜੀਬਲ ਹੁੰਦਾ, ठीक है, तो आपां मैक्सिमम करंट मिलता है। सो नैक्सट इज सैल्स इन पैरेलल कॉम्बिनेशन, cells are said to be connected in parallel when they are joined positive to positive and negative to negative, ठीक है। डायग्राम तो थोनों क्लीयर करते हैं बच्चों, और इन्हां दे विच करंट डिवाइड हो जाएगा, ठीक है, सैल दे सारे पॉजिटिव एंड आपस च कनैक्ट है, एंड इस साइड नैगेटिव एंड सारे इस पॉइंट ते कनैक्टेड है। देखो पॉजिटिव जिहड़े हैगे हैं सारे एंड्स इस पॉइंट ते कनैक्टेड है, एंड नैगेटिव एंड्स इस पॉइंट ते कनैक्टेड है। डेफिनेशन च भी यही है, cells are said to be connected in parallel when they are joined positive to positive and negative to negative such that current is divided between the cells। ਹੁਣ ਇਸ 'ਚ करंट डिवाइड हो जाएगा, ਸਾਰਿਆਂ 'ਚ आई करंट नहीं होएगा। देखो ਆਪਾਂ सर्किट 'ਚ ਤਾਂ आई करंट शो ਕੀਤਾ ਹੋਇਆ ਨਾ, बट सारे तिन्ने इन्हां विच आई करंट नहीं होएगा because current will be divided। The EMF of battery is the same as that of the ਸਿੰਗਲ ਸੈੱਲ ਜਿੰਨੀ ਹੀ ਪੂਰੀ ਬੈਟਰੀ ਦੀ EMF ਹੋਏਗੀ, मतलब ये एक जिमें कि बैटरी बन गई पूरी, ਇਹਦੀ पूरी EMF कितनी होएगी, एक सिंगल सैल जिन्नी। The current in the external circuit is divided equally among the cells। The current in the external circuit is divided equally among the cells, मतलब ਇਹ I ਜਿਹੜਾ ਹੈਗਾ तीन हिस्सियां च डिवाइड हो जाएगा। नेक्स्ट, द रेसिप्रोकल ऑफ द टोटल इंटरनल रेजिस्टेंस
is the sum of the reciprocal of the individual internal resistance। ਜਿਵੇਂ ਤੁਸੀਂ resistance in parallel ਚ ਕੀਤਾ ਸੀ ਉਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਸੈੱਲ ਦੇ ਵਿੱਚ ਜਿਹੜਾ ਹੈਗਾ resistance reciprocal ਚ ਹੋ ਜਾਂਦਾ। ਟੋਟਲ EMF of the battery suppose ਕਰੋ E ਹੈ, ਇੰਟਰਨਲ resistance of the battery ਹੋਏਗਾ R/N, टोटल रेजिस्टेंस ऑफ द सर्किट होएगा R/N प्लस R, क्योंकि ये वाला R भी ऐड होएगा। ठीक है, ये तेन समझ आ गया R/N क्यों लिया, रेसिप्रोकल वाला रेजिस्टेंस इन पैरेलल वाला तुसी देख लियो, दोबारा वीडियो देख लियो चाहे। सो करंट की होएगा I = EMF अपॉन रेजिस्टेंस हुंदा ना। EMF हुण अपने कोल जे नंबर ऑफ सैल्स किन्ने हैं NE, और टोटल रेजिस्टेंस कितना है NR प्लस R। So if R is very less than R/N, then I will be equal to N into E/R। इस तरह ही जे R/N बहुत लेस है कैपिटल R नालों, then I will be equal to E/R। ये याद रखना है तुसी, क्योंकि R स्मॉल r ते कैपिटल R दी वैल्यू मैटर करती है। सो कंक्लूजन की है, व्हेन एक्सटर्नल रेजिस्टेंस इज नेग्लिजिबल in comparison to the internal resistance, then cells are connected in parallel to get maximum current। ठीक है, पैरेलल कदों जोड़ते हैं ਆਪਾਂ, अपनी देखो अपना मोटिव तो मैक्सिमम करंट लेना होंदा है ना, उस दे लिए ਆਪਾਂ ਸੈਲਸ ਦੇਖਣੇ ਆ ਕਿਵੇਂ जोड़ने आ, सीरीज च जोड़ने आ या पैरेलल जोड़ने आ। जे अपने कोल एक्सटर्नल रेजिस्टेंस बहुत थोड़ा है दैन ਆਪਾਂ ਸੈਲਸ ਨੂੰ पैरेलल च जोड़ांगे ताकि ਆਪਾਂ ਨੂੰ करंट मैक्सिमम मिल जाए।